ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ TNN ਔਰ TNN ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਵਿੱਚ ਵਿਚਰ ਰਹੀ ਹਰ ਗਤੀਵਿਧੀ ਤੋਂ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਜਾਏ। ਇਸੇ ਆਧਾਰ ਦੇ ਉੱਤੇ ਅੱਜ ਅਸੀਂ ਤੁਹਾਨੂੰ ਇੱਕ ਅਧਿਆਤਮਿਕ ਔਰ ਧਾਰਮਿਕ ਸੰਗਠਨ ਦੇ ਵਿਚਾਰਾਂ, ਉਹਨਾਂ ਦੀ ਭੂਮਿਕਾ ਔਰ ਉਹਨਾਂ ਦੀ ਪਰਿਭਾਸ਼ਾ ਦੇ ਬਾਰੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਾਂਗੇ। ਸਾਡੇ ਨਾਲ ਆਦਿਤਿਆ ਵਾਹਿਨੀ ਦੇ ਪੰਜਾਬ ਦੇ ਅਧਿਕਸ਼ ਅਜੇ ਸ਼ਰਮਾ ਜੀ ਜੁੜੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਇਸ ਸੰਗਠਨ ਦੀ ਕੀ ਭੂਮਿਕਾ ਸਾਡੇ ਸਮਾਜ ਦੇ ਵਿੱਚ ਹੈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ TNN ਦੇ ਵਿੱਚ ਸ਼ਰਮਾ ਜੀ। ਧੰਨਵਾਦ ਜੀ, ਧੰਨਵਾਦ। ਸ਼ਰਮਾ ਜੀ, ਸੰਗਠਨ ਦੀ ਪਰਿਭਾਸ਼ਾ ਔਰ ਭੂਮਿਕਾ ਕੀ ਹੈ ਸਾਡੇ ਦਰਸ਼ਕਾਂ ਨੂੰ ਉਹ ਦੱਸੋ। ਗੋਵਰਧਨ ਮੱਠ ਪੁਰੀ ਪੀਠ ਦੇ ਸ਼੍ਰੀਮਦ ਜਗਦੂ ਸ਼ੰਕਰਾਚਾਰਿਆ ਮਹਾਰਾਜ ਇਸ ਪਦ ਉੱਤੇ 1992 'ਚ ਵਿਰਾਜਮਾਨ ਹੋਏ ਸੀ ਔਰ ਇਸ ਪਦ 'ਤੇ ਆਉਣ ਤੋਂ ਬਾਅਦ ਉਹਨਾਂ ਨੇ ਧਰਮ ਦੀ ਰਕਸ਼ਾ, ਰਾਸ਼ਟਰ ਦੀ ਰਕਸ਼ਾ ਔਰ ਸਮਾਜ ਦੀ ਸੇਵਾ ਦੇ ਲਈ 3 ਸੰਗਠਨਾਂ ਦਾ ਨਿਰਮਾਣ ਕੀਤਾ। ਪੀਠ ਪ੍ਰੀਸ਼ਦ, ਆਦਿਤਿਆ ਵਾਹਿਨੀ, ਆਨੰਦ ਵਾਹਿਨੀ। ਇਹਨਾਂ ਸੰਗਠਨਾਂ ਦਾ ਇਹ ਵੀ ਉਦੇਸ਼ ਹੈ ਕਿ ਦੂਸਰਿਆਂ ਦੇ ਹਿੱਤ ਦਾ ਧਿਆਨ ਰੱਖਦਿਆਂ ਹੋਇਆਂ ਹਿੰਦੂਆਂ ਦੇ ਅਸਤਿਤਵ ਔਰ ਆਦਰਸ਼ ਦੀ ਰਕਸ਼ਾ, ਦੇਸ਼ ਦੀ ਸੁਰੱਖਿਆ ਔਰ ਅਖੰਡਤਾ। ਸ਼ਰਮਾ ਜੀ, ਤੁਸੀਂ ਗੱਲ ਕੀਤੀ ਸੰਗਠਨ ਦੀ ਭੂਮਿਕਾ ਬਾਰੇ, ਪਰਿਭਾਸ਼ਾ ਬਾਰੇ। ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਲੋੜ ਦੀ ਗੱਲ ਕਰੀਏ, ਜ਼ਰੂਰਤ ਦੀ ਗੱਲ ਕਰੀਏ, ਤੇ ਕੀ ਹੈ, ਕਿਉਂ ਇਸ ਵੇਲੇ ਜਿਹੜਾ ਹੈ ਲੋਕਾਂ ਦੇ ਵਿੱਚ ਇਹ ਮੈਸੇਜ ਜਿਹੜਾ ਪੂਰੀ ਤਰ੍ਹਾਂ ਜਾਣਾ ਚਾਹੀਦਾ ਤੁਹਾਡੇ ਵੱਲੋਂ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਇਹ ਗੱਲ ਜਾਣੀ ਚਾਹੀਦੀ, ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਜ਼ਰੂਰਤ ਜੇ ਅਸੀਂ ਕਰੀਏ, ਦਰਸ਼ਕਾਂ ਨੂੰ ਦੱਸੀਏ ਤੇ ਇਸ ਤਰ੍ਹਾਂ ਵਾ ਕਿ ਆਪਣਾ ਜੋ ਇਸ ਸਮੇਂ ਦੇਸ਼ ਦੇ ਵਿੱਚ ਸ਼ਾਸਨ ਪੱਧਤੀ ਹੈ ਜੀ ਜਾਂ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਸ਼ਾਸਨ ਪੱਧਤੀ ਕੰਮ ਕਰ ਰਹੀ ਆ, ਉਹ ਸਰੀਰ ਨੂੰ ਆਤਮਾ ਮੰਨ ਕੇ ਕੰਮ ਕਰ ਰਹੀ ਹੈ ਜੀ ਔਰ ਜੋ ਵੀ ਵਿਕਾਸ ਹੋ ਰਿਹਾ ਉਹਨੂੰ ਭੌਤਿਕ ਵਿਕਾਸ ਕਿਹਾ ਜਾ ਰਿਹਾ ਹੈ। ਔਰ ਭੌਤਿਕ ਵਿਕਾਸ ਦੇ ਕਾਰਨ ਜਿਹੜੇ ਊਰਜਾ ਦੇ 4 ਸਰੋਤ ਨੇ, ਉਹ ਸਾਡੀ ਪ੍ਰਿਥਵੀ ਹੈ, ਉਹ ਵਾਯੂ ਹੈ, ਉਹ ਤੇਜ ਹੈ, ਉਹ ਜਲ ਹੈ ਔਰ ਆਕਾਸ਼ ਹੈ। ਔਰ ਉਹ ਸਾਰੇ ਦੇ ਸਾਰੇ ਸਰੋਤ ਜਿਹੜੇ ਨੇ ਭੌਤਿਕ ਵਿਕਾਸ ਦੇ ਕਾਰਨ ਉਹ ਕੁਪਤ ਵੀ ਹੋ ਰਹੇ ਨੇ, ਦੂਸ਼ਿਤ ਵੀ ਹੋ ਰਹੇ ਨੇ ਔਰ ਨਸ਼ਟ ਵੀ ਹੋ ਰਹੇ ਨੇ। ਉਸ ਦੇ ਕਾਰਨ ਵਿਕਾਸ ਦੇ ਨਾਂ 'ਤੇ ਵਿਨਾਸ਼ ਹੀ ਨਿਕਲ ਰਿਹਾ ਹੈ। ਜਿਹੜੀ ਕਰੋਨਾ ਮਹਾਮਾਰੀ ਆਈ ਹੈ, ਇਹ ਇਸੇ ਵਿਕਾਸ ਦੀ ਹੀ ਉਪਜ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਪ੍ਰਕਿਰਤੀ ਜਿਹੜੀ ਆ ਉਹ ਸਾਡੇ ਜਿਹੜੇ ਅਸੀਂ ਕੰਮ ਕਰ ਰਹੇ ਹਾਂ, ਜੋ ਸਾਡੇ ਸ਼ਾਸਨ ਪੱਧਤੀ ਕੰਮ ਕਰ ਰਹੀ ਆ ਜਾਂ ਸਮਾਜ ਦਾ ਜੋ ਆਚਰਣ ਹੈ, ਉਹ ਪ੍ਰਕਿਰਤੀ ਔਰ ਉਹਦੇ ਪਰਿਕਰ ਦੁਖੀ ਨੇ ਔਰ ਉਹ ਬਦਲਾ ਲੈਣ 'ਤੇ ਉਤਾਰੂ ਨੇ। ਇਸੇ ਕਰਕੇ ਹੀ ਜਦ ਸਰਦੀ ਪੈਣੀ ਹੁੰਦੀ ਹੈ ਸਰਦੀ ਨਹੀਂ ਪੈਂਦੀ, ਜਦੋਂ ਗਰਮੀ ਪੈਣੀ ਹੁੰਦੀ ਹੈ ਗਰਮੀ ਨਹੀਂ ਪੈਂਦੀ ਔਰ ਬਰਸਾਤ ਦੇ ਸਮੇਂ ਬਰਸਾਤ ਨਹੀਂ ਹੁੰਦੀ। ਔਰ ਜਿਤਨਾ ਵੀ ਜੋ ਹੈ ਉਹ ਐਸੀਆਂ ਆਕਸਮਿਕ ਘਟਨਾਵਾਂ ਪੂਰੇ ਵਿਸ਼ਵ ਵਿੱਚ ਹੋ ਰਹੀਆਂ ਨੇ ਜਿਹਦਾ ਗਰਾਸ ਜਿਹੜਾ ਵਾ ਉਹ ਮਨੁੱਖ ਵੀ ਔਰ ਅਨੇਕਾਂ ਜਿਹੜੀਆਂ ਪਸ਼ੂ ਪਕਸ਼ੀ ਦੀਆਂ ਪ੍ਰਜਾਤੀਆਂ ਨੇ ਉਹ ਵੀ ਬਣ ਰਹੀਆਂ ਨੇ। ਔਰ ਇਸ ਦਾ ਇਹ ਅਰਥ ਹੈ ਕਿ ਜਿਹਨੂੰ ਅਸੀਂ ਵਿਕਾਸ ਕਹਿ ਰਹੇ ਹਾਂ ਉਹ ਵਿਕਾਸ ਨਹੀਂ ਆ, ਉਹ ਵਿਨਾਸ਼ ਹੋ ਰਿਹਾ ਹੈ। ਔਰ ਇਸ ਵਿਨਾਸ਼ ਤੋਂ ਪੂਰੀ ਜੋ ਮਾਨਵਤਾ ਵਾ ਉਹਨੂੰ ਬਚਾਉਣ ਵਾਸਤੇ, ਵਿਸ਼ਵ ਨੂੰ ਬਚਾਉਣ ਵਾਸਤੇ ਜਗਦੂ ਸ਼ੰਕਰਾਚਾਰਿਆ ਮਹਾਰਾਜ ਜੀ ਦਾ ਇਹ ਕਹਿਣਾ ਹੈ ਕਿ ਇਸ ਸਮੇਂ ਅਸੀਂ ਇਸ ਪ੍ਰਕਿਰਿਆ ਨੂੰ ਛੱਡ ਕੇ ਈਸ਼ਵਰ ਦਾ ਜੋ ਸੰਵਿਧਾਨ ਹੈ, ਈਸ਼ਵਰ ਜੋ ਜਿਸ ਤਰ੍ਹਾਂ ਦਾ ਸ਼ਾਸਨ ਚਾਹੁੰਦੇ ਨੇ ਔਰ ਜਿਸ ਸ਼ਾਸਨ ਦੇ ਦੁਆਰਾ ਮਨੁੱਖ ਵੀ ਸੁਰੱਖਿਅਤ ਰਹੇ, ਪ੍ਰਜਾਤੀਆਂ ਵੀ ਸੁਰੱਖਿਅਤ ਰਹਿਣ ਔਰ ਜੋ ਜੀਵਨ ਦਾ ਉਦੇਸ਼ ਹੈ ਮਨੁੱਖ ਦਾ, ਪਰਮਾਤਮਾ ਨੇ ਅਕਸਰ ਸਾਨੂੰ ਇਸ ਧਰਤੀ 'ਤੇ ਭੇਜਿਆ ਹੈ ਤੇ ਉਹਦਾ ਉਦੇਸ਼ ਇਹੀ ਆ ਕਿ ਸਾਡਾ ਲੋਕ ਵੀ ਬਣੇ, ਸਾਡਾ ਪਰਲੋਕ ਵੀ ਬਣੇ ਔਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਏ। ਉਸ ਲਕਸ਼ਯ ਦੀ ਪੂਰਤੀ ਦੇ ਲਈ ਅਗਰ ਅਸੀਂ ਵਿਕਾਸ ਨੂੰ ਪਰਿਭਾਸ਼ਿਤ ਕਰਾਂਗੇ ਉਸ ਢੰਗ ਨਾਲ, ਤਾਂ ਹੀ ਅਸੀਂ ਉਹਨੂੰ ਵਿਕਾਸ ਮੰਨ ਸਕਦੇ। ਜੀ ਸ਼ਰਮਾ ਜੀ, ਇਹਦੀ ਤੁਸੀਂ ਗੱਲ ਕੀਤੀ ਕਿ ਟੀਚਾ ਕੀ ਹੈ, ਕੀ ਕਰਨਾ ਕੀ ਹੈ ਔਰ ਕਦੋਂ ਕਰਨਾ ਹੈ, ਤਰੀਕਾ ਕੀ ਹੈ, ਸੰਗਠਨ ਦਾ ਤਰੀਕਾ ਕੀ ਹੈ, ਸੰਗਠਨ ਕਿਸ ਤਰ੍ਹਾਂ ਇਹ ਜਿਹੜੇ ਆਪਣੇ ਲੋਕਾਂ ਤੱਕ ਜਿਹੜੇ ਵਿਚਾਰ ਪਹੁੰਚਾ ਰਿਹਾ ਔਰ ਉਹ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਹੈ ਕਿ ਜਿਹੜੀ ਭਾਰਤ ਦੀ ਭੂਮੀ ਆ, ਧਰਤੀ ਆ, ਉਹ ਜਿਹੜਾ ਉਹ ਵਿਸ਼ਵ ਦਾ ਹਿਰਦੇ ਸਥਲ ਆ, ਕੇਂਦਰ ਆ। ਪਰਮਾਤਮਾ ਦਾ ਵੀ ਉਹ ਹਿਰਦੇ ਸਥਲ ਆ। ਪਰਮਾਤਮਾ ਜਦ ਵੀ ਧਰਤੀ 'ਤੇ ਆਉਂਦੇ ਨੇ ਤਾਂ ਉਹਨਾਂ ਦਾ ਅਵਤਾਰ ਜਿਹੜਾ ਵਾ ਉਹ ਭਾਰਤ ਦੀ ਧਰਤੀ 'ਤੇ ਹੀ ਹੁੰਦਾ ਹੈ। ਇਹਦਾ ਮਤਲਬ ਇਹ ਆ ਕਿ ਜਿਹੜੀ ਇੱਥੋਂ ਦੀ ਸੱਭਿਅਤਾ ਔਰ ਸੰਸਕ੍ਰਿਤੀ ਆ, ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜੇ ਅਸੀਂ ਉਹਨਾਂ ਦੀ ਰਕਸ਼ਾ ਨਹੀਂ ਕਰਾਂਗੇ ਤੇ ਅਸੀਂ ਮਾਨਵਤਾ ਦੀ ਰਕਸ਼ਾ ਨਹੀਂ ਕਰ ਸਕਦੇ। ਔਰ ਸਾਡੀ ਜਿਹੜੀ ਸੱਭਿਅਤਾ ਔਰ ਸੰਸਕ੍ਰਿਤੀ ਆ, ਉਹਦੇ ਵਿੱਚ
ਜਿਹੜੇ ਮੁੱਦੇ ਨੇ, ਹੂੰ ਕਿਸੇ ਵੀ ਕੋਈ ਵਿਅਕਤੀ ਹੈ, ਚਾਹੇ ਉਹ ਕਿਸੇ ਵੀ ਮੱਤ ਪੰਥ ਨਾਲ ਸੰਬੰਧਿਤ ਕਿਉਂ ਨਾ ਹੋਏ, ਹਰ ਵਿਅਕਤੀ ਦੇ ਜਿਹੜਾ ਜੀਵਨ ਆ ਉਹਦੇ ਵਿੱਚ ਜੈਸੇ ਭੋਜਨ ਆ, ਵਸਤਰ ਆ, ਆਵਾਸ ਆ, यातायात है, उत्सव है, त्योहार है, रक्षा है, सेवा है, न्याय है, विवाह, ਇਹ ਸਾਰੇ ਪ੍ਰਕਲਪ ਹਰ ਵਿਅਕਤੀ ਦੇ ਜੀਵਨ ਵਿੱਚ ਇਹ ਆਉਂਦੇ ਨੇ। ਔਰ ਇਹਨਾਂ ਨੂੰ ਅਸੀਂ ਜਦ ਸਾਡੀ ਆਪਣੀ ਜਿਹੜੀ ਇਸ ਧਰਤੀ ਦੀ ਸੱਭਿਅਤਾ, ਸੰਸਕ੍ਰਿਤੀ ਆ, ਪਰੰਪਰਾ ਵਾ, ਉਹਦੇ ਅਨੁਕੂਲ ਅਸੀਂ ਜਦ ਤੱਕ ਇਹ ਪ੍ਰਕਲਪ ਚੱਲ ਰਹੇ ਸੀ ਤਾਂ ਅਸੀਂ ਸਾਰੇ ਸੁਖੀ ਸਾਂ। ਔਰ ਹਰ ਵਿਅਕਤੀ ਜਿਹੜਾ ਸੀ ਉਹਦਾ ਚਰਿੱਤਰ ਜਿਹੜਾ ਸੀ ਉਹ ਬੜਾ ਧਾਰਮਿਕ ਸੀ। ਔਰ ਵਿਅਕਤੀ ਜਿਹੜਾ ਸੀ ਉਹ ਪੁੰਨੇ ਨੂੰ ਛੁਪਾਉਂਦਾ ਸੀ ਔਰ ਪਾਪ ਨੂੰ ਪ੍ਰਗਟ ਕਰ ਦਿੰਦਾ ਸੀ। ਉਹਦੇ ਨਾਲ ਇਹ ਸੀ ਕਿ ਨਿਆਂ ਵਿਵਸਥਾ ਵੀ ਬਹੁਤ ਅੱਛੇ ਢੰਗ ਨਾਲ ਚੱਲਦੀ ਸੀ ਔਰ ਅਸੀਂ ਸਭ ਦਾ ਇੱਕ ਦੂਸਰੇ ਦਾ ਹਿੱਤ ਦਾ ਚਿੰਤਨ ਕਰਦੇ ਸਾਂ, ਸਭ ਇੱਕ ਦੂਸਰੇ ਦੇ ਹਿੱਤ ਦੀ ਸਾਨੂੰ ਚਿੰਤਾ ਹੁੰਦੀ ਸੀ। ਹੁਣ ਵਿਅਕਤੀ ਜਿਹੜਾ ਵਾ, ਜਦੋਂ ਦਾ ਇਹ ਭੌਤਿਕਵਾਦੀ ਵਿਚਾਰਧਾਰਾ ਦਾ ਜਿਹੜਾ ਜ਼ਿਆਦਾ ਪ੍ਰਸਾਰ ਹੋਇਆ ਹੈ ਔਰ ਵਿਅਕਤੀ ਜਿਹੜਾ ਉਹ ਆਪਣੇ ਔਰ ਪਰਿਵਾਰ 'ਤੇ ਕੇਂਦਰਿਤ ਹੋ ਗਿਆ ਹੈ ਅਤੇ ਉਹਨੂੰ ਇਹੀ ਦਿਸਦਾ ਹੈ ਕਿ ਮੈਂ ਅਤੇ ਮੇਰਾ ਪਰਿਵਾਰ, ਮੇਰੀ ਪਾਰਟੀ, ਮੇਰਾ ਪੰਥ। ਇਸ ਤੋਂ ਉੱਪਰ ਉੱਠ ਕੇ ਵਿਅਕਤੀ ਇਹ ਸੋਚਣ ਲਈ ਤਿਆਰ ਨਹੀਂ ਆ। ਉਹਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਪੜੋਸੀ ਆ, ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ। ਕਿਸੇ ਦਾ ਬੱਚਾ ਗਰੀਬ ਆ, ਉਹਨੂੰ ਉਹ ਪੜ੍ਹਨਾ ਚਾਹੁੰਦਾ ਹੈ, ਉਹਦੇ ਕੋਲ ਪੜ੍ਹਾਈ ਲਈ ਪੈਸੇ ਨਹੀਂ ਆ ਅਤੇ ਕਿਆ ਉਹਦੀ ਹੈਲਪ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਕਿਸੇ ਕੋਈ ਗਰੀਬ ਆਦਮੀ, ਉਹਦੀ ਬੱਚੀ ਦੀ ਸ਼ਾਦੀ ਆ ਔਰ ਉਹਦੇ ਕੋਲ ਪੈਸੇ ਨਹੀਂ ਆ, ਕਿਆ ਜਿਹੜਾ ਸੰਪੰਨ ਵਿਅਕਤੀ ਆ ਉਹਦੇ ਮਨ 'ਚ ਸੋਚ ਆਉਂਦੀ ਆ ਕਿ ਮੇਰੇ ਕੋਲ ਜੋ ਸੰਪੰਨਤਾ ਵਾ ਉਹ ਮੇਰੇ ਘਰੋਂ ਨਹੀਂ ਆਈ, ਇਹ ਈਸ਼ਵਰ ਦੀ ਕਿਰਪਾ ਨਾਲ ਆਈ ਆ, ਅਤੇ ਕਿਉਂ ਨਾ ਉਹਦਾ ਕੁਛ ਹਿੱਸਾ ਜਿਹੜਾ ਵਾ ਮੈਂ ਸਮਾਜ 'ਚ ਜਿੱਥੇ ਜਿੱਥੇ ਜ਼ਰੂਰਤ ਆ, ਚਾਹੇ ਕਿ ਬੱਚੇ ਨੂੰ ਪੜ੍ਹਾਉਣ ਦੀ ਗੱਲ ਆ, ਚਾਹੇ ਕਿਸੇ ਬੱਚੀ ਦੀ ਸ਼ਾਦੀ ਦੀ ਗੱਲ ਆ, ਚਾਹੇ ਕੋਈ ਗਰੀਬ ਆ ਉਹਦੇ ਪਰਿਵਾਰ ਦਾ ਜਿਹੜੀ ਉਹ ਸਹਾਇਤਾ ਕਰਨ ਦੀ ਗੱਲ ਆ, ਚਾਹੇ ਜਿਹੜੀ ਆ ਕਿ ਆਪਣੇ ਨਿਯਮ ਕਾਨੂੰਨ ਨੇ, ਸਰਕਾਰ ਨੇ ਜਿਹੜਾ ਵਾ ਸਾਡਾ ਜੋ ਵੀ ਸੰਵਿਧਾਨ ਹੈ, ਸਰਕਾਰੀ ਤੰਤਰ ਹੈ, ਦੇਸ਼ ਹੈ, ਉਹਨੂੰ ਕੋਈ ਨੁਕਸਾਨ ਤਾਂ ਨਹੀਂ ਮੇਰੇ ਕਾਰਨ ਹੋ ਰਿਹਾ। ਉਹਦੇ ਬਾਰੇ ਚਿੰਤਨ ਕਰਨਾ ਵੀ ਮੇਰਾ ਦੇਸ਼, ਮੇਰਾ ਰਾਸ਼ਟਰ ਜਿਹੜਾ ਵਾ ਉਹ ਸੁਰੱਖਿਅਤ ਰਹੇ, ਇਹ ਕਿਸੇ ਦੇ ਮਨ 'ਚ ਇਹ ਚਿੰਤਨ ਜਿਹੜਾ ਉਹ ਨਹੀਂ ਆ ਰਿਹਾ। ਇਸੇ ਕਰਕੇ ਹੀ ਹਰ ਵਿਅਕਤੀ ਜਿਹੜਾ ਵਾ ਉਹ ਦੁਖੀ ਹੈ। ਸ਼ਰਮਾ ਜੀ, ਕੋਈ ਵੀ ਸੰਗਠਨ ਸਾਡੇ ਸਮਾਜ ਦੇ ਵਿੱਚ ਜਿਹੜਾ ਹੈਗਾ, ਚਾਹੇ ਅਧਿਆਤਮਿਕ ਹੈ, ਧਾਰਮਿਕ ਹੈ, ਕਿਸੇ ਤਰ੍ਹਾਂ ਦਾ ਵੀ ਹੈ, ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਉਹਨੂੰ ਜੋੜ ਕੇ ਦੇਖਿਆ ਜਾਂਦਾ ਹੈ। ਤੇ ਜੇ ਇਸ ਸੰਗਠਨ ਦੀ ਗੱਲ ਕਰੀਏ, ਆਦਿੱਤਿਆ ਵਾਹਿਨੀ ਦੀ, ਕਿਆ ਕਿਸੇ ਪੋਲੀਟੀਕਲ ਪਾਰਟੀ ਦੀ ਵਿਚਾਰਧਾਰਾ ਨਾਲ ਹੈ ਇਹਨਾਂ ਦੀ ਸਹਿਮਤੀ? नहीं, बिल्कुल नहीं। ऐसा है कि जगदू शंकराचार्य महाराज जी का कहना है कि ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਨੇ ਤਾਂ ਇਸ ਵੇਲੇ ਆਪਣੇ ਆਪਣੇ ਜਿਹੜੇ ਨੇ ਸਾਧੂ ਸੰਤ ਵੀ ਆਪਣੇ ਬਣਾ ਲਏ, ਆਪਣੇ ਉਹਨਾਂ ਨੇ ਧਾਰਮਿਕ ਜਗਤ 'ਤੇ ਵੀ ਜਿਹੜਾ ਵਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਤੁਸੀਂ ਜਾਣਦੇ ਹੀ ਹੋ ਕਿ ਭਾਰਤ ਦੇਸ਼ ਜਿਹੜਾ ਉਹ ਆਜ਼ਾਦ ਹੈ, ਫਿਰ ਵੀ ਜਿੰਨੇ ਵੀ ਸਨਾਤਨ ਧਰਮੀਆਂ ਦੇ ਮੱਠ ਮੰਦਰ ਨੇ ਉਹ ਸਰਕਾਰ ਦੇ ਕਬਜ਼ੇ 'ਚ ਨੇ। ਬਾਕੀ ਕਿਸੇ ਮੱਤ ਪੰਥ ਦੇ ਮੱਠ ਮੰਦਰ ਤਾਂ ਸਰਕਾਰ ਦੇ ਕਬਜ਼ੇ 'ਚ ਨਹੀਂ ਆ। ਜਗਦੂ ਸ਼ੰਕਰਾਚਾਰਿਆ ਮਹਾਰਾਜ ਤਾਂ ਈਸ਼ਵਰ ਦੇ ਜਿਹੜੇ ਦੂਤ ਨੇ। ਇਸ ਵੇਲੇ ਉਹ ਮਤਲਬ ਪੂਰੀ ਪ੍ਰਿਥਵੀ ਦੀ ਰੱਖਿਆ ਕਰਨ ਲਈ, ਉਹ ਮਾਨਵਤਾ ਦੀ ਰੱਖਿਆ ਕਰਨ ਲਈ ਉਹਨਾਂ ਦਾ ਅਭਿਆਨ ਆ। ਉਹ ਪਾਰਟੀ ਔਰ ਪੰਥ ਤੋਂ ਬਿਲਕੁਲ ਉੱਪਰ ਨੇ। ਉਹ ਈਸ਼ਵਰ ਨੂੰ ਮੱਦੇਨਜ਼ਰ ਰੱਖ ਕੇ ਈਸ਼ਵਰ ਉਹਨਾਂ ਤੋਂ ਕੀ ਕਰਾਉਣਾ ਚਾਹੁੰਦੇ ਨੇ ਉਸ ਚੀਜ਼ ਨੂੰ ਲੈ ਕੇ ਚੱਲਦੇ ਨੇ। ਕਿਸੇ ਪਾਰਟੀ ਔਰ ਪੰਥ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਆ। ਕਿਉਂਕਿ ਅਗਰ ਕੋਈ ਵੀ ਇਸ ਸੰਗਠਨ ਆ, ਜੋ ਵੀ ਪਾਰਟੀ ਔਰ ਪੰਥ ਨਾਲ ਕੋਈ ਧਾਰਮਿਕ ਸੰਗਠਨ ਜਾਂ ਸੰਤ ਜੁੜੇਗਾ ਤਾਂ ਉਹ ਵੀ ਉਹਦੀ ਵਕਾਲਤ ਕਰਨੀ ਸ਼ੁਰੂ ਕਰੇਗਾ, ਤਾਂ ਫਿਰ ਸਮਾਜ ਦਾ ਜਿਹੜੀ ਆ ਉਹ ਸੰਰਚਨਾ ਜਿਹੜੀ ਆ ਉਹ ਈਸ਼ਵਰ ਦੇ ਜਿਸ ਤਰ੍ਹਾਂ ਦੀ ਸੰਰਚਨਾ ਚਾਹੁੰਦੇ ਨੇ, ਜਿਸ ਤਰ੍ਹਾਂ ਦਾ ਵਾਤਾਵਰਨ ਧਰਤੀ 'ਤੇ ਈਸ਼ਵਰ ਚਾਹੁੰਦੇ ਨੇ ਉਹ ਤਾਂ ਹੋ ਹੀ ਨਹੀਂ ਸਕਦਾ। ਔਰ ਜਗਦੂ ਸ਼ੰਕਰਾਚਾਰਿਆ ਮਹਾਰਾਜ ਜੀ ਦਾ ਇਹੀ ਉਦੇਸ਼ ਆ ਕਿ ਧਰਤੀ ਦੇ ਉੱਤੇ ਐਸਾ ਵਾਤਾਵਰਨ ਬਣੇ ਜਿਹਦੇ ਨਾਲ ਪ੍ਰਿਥਵੀ ਦੇ ਜਿਹੜੇ ਈਸ਼ਵਰ ਦੇ ਜਿਹੜੀ ਪ੍ਰਕਿਰਤੀ ਦੇ ਜਿਹੜੇ ਪਰਿਕਰ ਨੇ, ਚਾਹੇ ਉਹ ਪ੍ਰਿਥਵੀ ਹੈ, ਜਲ ਹੈ, ਵਾਯੂ ਆ, ਤੇਜ ਹੈ, ਉਹ ਸੁਰੱਖਿਅਤ ਹੋਣ। ਪੂਰੀ ਮਾਨਵਤਾ ਜਿਹੜੀ ਆ ਉਹ ਸੁਰੱਖਿਅਤ ਰਹੇ, ਜੀਵ ਜੰਤੂ ਵੀ ਸੁਰੱਖਿਅਤ ਹੋਏ, ਸਭ ਨੂੰ ਨਿਆਂ ਮਿਲ ਸਕੇ। ਔਰ ਉਹਨਾਂ ਦਾ ਅਭਿਆਨ ਇਹਨਾਂ ਮੁੱਦਿਆਂ ਨੂੰ ਲੈ ਕੇ ਚੱਲ ਰਿਹਾ। ਇੱਕ ਬਹੁਤ ਜਿਹੜਾ ਜਵਲੰਤ ਮੁੱਦਾ ਇਸ ਵੇਲੇ ਸਾਡੇ ਹਿੰਦੁਸਤਾਨ ਦੀ ਜੇ ਗੱਲ ਕਰੀਏ, ਹਿੰਦੂ ਰਾਸ਼ਟਰ ਨੂੰ ਲੈ ਕੇ, ਔਰ ਜਿਹੜੇ ਬਾਕੀ ਧਰਮ ਨੇ ਜਾਂ ਬਾਕੀ ਸਮਾਜ ਦੇ ਜਿਹੜੇ ਲੋਕ ਨੇ, ਜਿਹੜੇ ਹਿੰਦੂ ਨਹੀਂ, ਉਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਹਿੰਦੂ ਰਾਸ਼ਟਰ ਬਣਦਾ ਤੇ ਸਿੱਖ ਨੇ ਜਾਂ ਮੁਸਲਮਾਨ ਨੇ, ਈਸਾਈ ਨੇ, ਉਹਨਾਂ ਵਾਸਤੇ ਖਤਰਾ ਹੋ ਜਾਏਗਾ ਹਿੰਦੁਸਤਾਨ ਦੇ ਵਿੱਚ, ਉਹਨਾਂ ਵਾਸਤੇ ਨੁਕਸਾਨ ਦੀ ਗੱਲ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਐਸਾ ਹੈ ਕਿ ਅਸੀਂ ਜਿਹੜਾ ਵਾ ਕਿਸੇ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਸ਼ੰਕਾ ਨਾ ਤਾਂ ਹੁਣ ਤੱਕ ਅਸਾਂ ਦੇਖੀ ਆ, ਨਾ ਹੋਣੀ ਚਾਹੀਦੀ ਆ। ਕਿਉਂਕਿ ਹਿੰਦੂ ਰਾਸ਼ਟਰ ਬਣਨ ਦਾ ਇਹ ਕਤਈ ਮਤਲਬ ਨਹੀਂ ਆ ਕਿ ਬਈ ਬਾਕੀ ਜਿਹੜੇ ਸਮੁਦਾਇ ਨੇ
ਉਹਨਾਂ ਦੀ ਜਿਹੜੀ ਆ ਰੱਖਿਆ ਨਹੀਂ ਹੋਏਗੀ ਜਾਂ ਉਹਨਾਂ ਨੂੰ ਨਿਆਂ ਨਹੀਂ ਮਿਲੇਗਾ। ਤੁਸੀਂ ਦੇਖ ਰਹੇ ਹੋ ਕਿ ਜੈਸੇ ਇੰਗਲੈਂਡ ਆ, ਇੰਗਲੈਂਡ ਦਾ ਜਿਹੜਾ ਵਾ ਉਹ ਮਤਲਬ ਬਾਈਬਲ ਨੂੰ ਆਧਾਰ ਬਣਾ ਕੇ ਉਹ ਦੇਸ਼ ਚੱਲਦਾ ਹੈ। ਅਮਰੀਕਾ ਜਿਹੜਾ ਵਾ ਉਹ ਵੀ ਬਾਈਬਲ ਨੂੰ ਆਧਾਰ ਮੰਨ ਕੇ ਚਲਾਇਆ ਜਾਂਦਾ ਹੈ। ਮਗਰ ਉੱਥੇ ਸਾਰੇ ਹੀ ਮਤ ਪੰਥਾਂ ਦੇ ਲੋਕ ਜਿਹੜੇ ਨੇ ਬੜੇ ਸੁਖੀ ਰਹਿ ਰਹੇ ਨੇ। ਇਸੇ ਤਰ੍ਹਾਂ ਹੀ ਅਗਰ ਹਿੰਦੂ ਰਾਸ਼ਟਰ ਬਣਦਾ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਗਦੂ ਸ਼ੰਕਰਾਚਾਰਿਆ ਮਹਾਰਾਜ ਤੇ ਪੂਰੀ ਮਾਨਵਤਾ ਦੀ ਰੱਖਿਆ ਚਾਹੁੰਦੇ ਨੇ। ਇਸ ਕਰਕੇ ਹਿੰਦੂ ਰਾਸ਼ਟਰ ਬਣਨ ਦਾ ਕਤਈ ਮਤਲਬ ਨਹੀਂ ਆ ਕਿ ਜਿਹੜੇ ਚਾਹੇ ਉਹ ਮੁਸਲਿਮ ਤੰਤਰ ਹੈ, ਚਾਹੇ ਈਸਾਈ ਤੰਤਰ ਹੈ, ਜਾਂ ਕਮਿਊਨਿਸਟ ਤੰਤਰ ਹੈ, ਜਾਂ ਅੰਨੇ ਵਰਗ ਨੇ, ਉਹਨਾਂ ਨਾਲ ਕੋਈ ਅਨਿਆਏ ਹੋਏਗਾ। ਉਹ ਤਾਂ ਇਹ ਚਾਹੁੰਦੇ ਨੇ ਕਿ ਰਾਜਨੀਤੀ ਦੀ ਸਵਸਥ ਪਰਿਭਾਸ਼ਾ ਵੇਦਾਂ ਸ਼ਾਸਤਰਾਂ ਦਾ ਮੰਥਨ ਕਰਕੇ ਉਹਨਾਂ ਨੇ ਦਿੱਤੀ ਆ ਕਿ ਅਗਰ ਉਹ ਪਰਿਭਾਸ਼ਾ ਦੇ ਅਨੁਸਾਰ ਸਾਰੇ ਦੇਸ਼ ਆ, ਪੂਰੇ ਵਿਸ਼ਵ ਦੇ ਜਿਹੜੇ 204 ਦੇ ਲਗਭਗ ਦੇਸ਼ ਨੇ, ਅਗਰ ਇਹਨੂੰ ਆਧਾਰ ਬਣਾ ਕੇ ਰਾਜਨੀਤੀ ਕੀਤੀ ਜਾਏ ਤਾਂ ਕੋਈ ਵਰਗ ਜਿਹੜਾ ਵਾ ਉਹ ਐਸਾ ਨਹੀਂ ਰਹੇਗਾ ਜਿਹਦਾ ਉਤਕਰਸ਼ ਨਹੀਂ ਹੋਏਗਾ। ਉਹ ਰਾਜਨੀਤੀ ਦੀ ਸਵਸਥ ਪਰਿਭਾਸ਼ਾ ਜਿਹੜੀ ਉਹਨਾਂ ਨੇ ਦਿੱਤੀ ਆ ਉਹ ਇਹ ਆ: ਸੁਸੰਸਕ੍ਰਿਤ, ਸੁਸ਼ਿक्षित, सुरक्षित, संपन्न, सेवापरायण, सर्वहितप्रद, स्वस्थ व्यक्ति और समाज की संरचना। ये अगर इस आधार ਤੇ ਕੋਈ ਵੀ ਸ਼ਾਸਨ ਚੱਲਦਾ ਏ ਤੇ ਕੌਣ ਸਾ ਪੰਥ ਹੈ, ਮਤ ਹੈ ਜਾਂ ਵਰਗ ਆ ਜਿਹਦੀ ਸੁਰੱਖਿਆ ਨਹੀਂ ਹੋਏਗੀ, ਜਾਂ ਜਿਹਦੀ ਰੱਖਿਆ ਨਹੀਂ ਹੋਏਗੀ, ਜਾਂ ਜਿਹਨੂੰ ਨਿਆਂ ਨਹੀਂ ਮਿਲੇਗਾ। ਜਗਦੂ ਸ਼ੰਕਰਾਚਾਰਿਆ ਮਹਾਰਾਜ ਹਿੰਦੂ ਰਾਸ਼ਟਰ ਜਿਹੜਾ ਵਾ ਉਹ ਬਣਾਉਣ ਦਾ ਉਹਨਾਂ ਦਾ ਉਦੇਸ਼ ਆ, ਉਹ ਇਸੇ ਕਰਕੇ ਹੀ ਆ ਕਿ ਸਨਾਤਨ ਧਰਮ ਔਰ ਸੰਸਕ੍ਰਿਤੀ ਦੇ ਅਨੁਰੂਪ ਜਦ ਸ਼ਾਸਨ ਤੰਤਰ ਦੇਸ਼ 'ਚ ਬਣੇਗਾ ਤਾਂ ਸਭ ਨੂੰ ਨਿਆਂ ਮਿਲੇਗਾ। ਕਿਉਂਕਿ ਸਰਵੇ ਭਵੰਤੂ ਸੁਖੀਨਾ, ਹਿੰਦੂਆਂ ਦਾ ਸਾਡੀ ਜਿਹੜੀ ਸੰਸਕ੍ਰਿਤੀ ਆ, ਸਾਡੇ ਜਿਹੜੇ ਵੇਦ ਸ਼ਾਸਤਰ ਨੇ, ਉਹ ਤਾਂ ਇਹੀ ਕਹਿੰਦੇ ਨੇ ਸਰਵੇ ਭਵੰਤੂ ਸੁਖੀਨਾ, ਕਿ ਸਭ ਦਾ ਭਲਾ ਹੋਏ। ਜਿਹੜੀ ਸੰਸਕ੍ਰਿਤੀ, ਜਿਹੜਾ ਧਰਮ ਸਭ ਦਾ ਭਲਾ ਮੰਗਦਾ ਏ, ਉਹਦੇ ਤੋਂ ਕੋਈ ਕਿਸ ਤਰ੍ਹਾਂ ਇਹ ਉਮੀਦ ਰੱਖ ਸਕਦਾ ਹੈ ਕਿ ਉਹ ਕਿਸੇ ਦੇ ਨਾਲ ਅਨਿਆਏ ਕਰੇਗਾ। ਇਸ ਕਰਕੇ ਇਸੇ ਕਰਕੇ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾ ਕੋਈ ਵੀ ਅੱਜ ਤੱਕ ਐਸਾ ਕੋਈ ਮਤ ਪੰਥ ਜਾਂ ਕੋਈ ਵਰਗ ਨਹੀਂ ਆ ਜਿਸ ਨੇ ਇਸ ਅਭਿਆਨ ਦਾ ਵਿਰੋਧ ਕੀਤਾ ਹੋਏ। ਕਿਸੇ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਇਹਦਾ ਮਤਲਬ ਕਿ ਸਾਰੇ ਲੋਕ ਜਾਣਦੇ ਨੇ ਕਿ ਜਗਦੂ ਸ਼ੰਕਰਾਚਾਰਿਆ ਮਹਾਰਾਜ ਦੇ ਜਿੰਨੇ ਵੀ ਇਸ ਪ੍ਰithvi ਦੇ ਜੀਵ ਨੇ, ਸਾਰੇ ਉਹਨਾਂ ਦੇ ਲਈ ਆਤਮ ਸਰੂਪ ਨੇ। ਉਹ ਸਭ ਨੂੰ ਆਪਣੀ ਆਤਮ ਸਰੂਪ ਮੰਨਦੇ ਨੇ ਔਰ ਈਸ਼ਵਰ ਦੀ ਬਣਾਈ ਸਾਰੀ ਪ੍ਰਵਿਰਤੀ ਦੇ ਉੱਤੇ ਜਿੰਨੇ ਵੀ ਜੀਵ ਮਾਤਰ ਹੈ, ਉਹ ਸਾਰੇ ਈਸ਼ਵਰ ਦੇ, ਇੱਕ ਹੀ ਈਸ਼ਵਰ ਦੇ ਬਣਾਏ ਹੋਏ ਨੇ। ਐਸਾ ਉਹਨਾਂ ਦਾ ਭਾਵ ਹੈ। ਇਸ ਕਰਕੇ ਸਾਰਿਆਂ ਨੂੰ ਉਹਨਾਂ ਦੇ ਪੂਰਾ ਭਰੋਸਾ ਹੈ ਕਿ ਅਗਰ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੇ ਨੇ, ਅਭਿਆਨ ਦੇ ਰਹੇ ਨੇ, ਤੇ ਉਹਦੇ ਵਿੱਚ ਹੀ ਸਭ ਦਾ ਭਲਾ ਹੈ। ਅੰਤ ਵਿੱਚ ਸ਼ਰਮਾ ਜੀ ਮੈਂ ਪੁੱਛਣਾ ਚਾਹਾਂਗਾ, ਕੋਈ ਵੀ ਦੇਸ਼ ਹੈ, ਕੋਈ ਵੀ ਸੰਸਕ੍ਰਿਤੀ ਹੈ, ਕੋਈ ਵੀ ਤਾਣਾ ਬਾਣਾ ਹੈ, ਉਹ ਯੁਵਾਵਾਂ ਤੋਂ ਬਿਨਾਂ ਨਹੀਂ ਬਣਾਇਆ ਜਾ ਸਕਦਾ। ਤੇ ਸੰਗਠਨ ਦੇ ਹਿਸਾਬ ਨਾਲ ਤੁਹਾਡਾ ਯੁਵਾਵਾਂ ਨੂੰ ਕੀ ਮੈਸੇਜ ਹੈ? ਔਰ ਕੁਝ ਸਮੇਂ ਬਾਅਦ ਦੀਵਾਲੀ ਆ ਰਹੀ ਹੈ, ਮਹਾਂਪਰਵ ਆ ਰਿਹਾ ਹਿੰਦੁਸਤਾਨ ਦੇ ਵਿੱਚ ਵੀ, ਔਰ ਜਿੱਥੇ ਵੀ ਇੰਡੀਅਨਸ ਰਹਿੰਦੇ ਨੇ ਉਹ ਇਸ ਤਿਉਹਾਰ ਨੂੰ ਬੜਾ ਵਧੀਆ ਮਨਾਉਂਦੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਔਰ ਯੁਵਾਵਾਂ ਦਾ ਖਾਸ ਕਰਕੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਯੁਵਾਵਾਂ ਨੂੰ ਤੇ ਮੇਰਾ ਇਹੀ ਸੰਦੇਸ਼ ਆ ਕਿ ਜਿਹੜੇ ਯੁਵਾ ਸ਼ਕਤੀ ਆ ਇਸ ਵੇਲੇ, ਉਹੀ ਸਾਡੀ ਜਿਹੜੀ ਸੱਭਿਅਤਾ ਸੰਸਕ੍ਰਿਤੀ ਸੰਰਕਸ਼ਕ ਹੈ। ਔਰ ਜਿਹੜੇ ਯੁਵਾ ਸ਼ਕਤੀ ਹੈ, ਅਗਰ ਉਹ ਸੁਬੁੱਧ ਬਣਨਗੇ, ਸਵਾਵਲੰਬੀ ਬਣਨਗੇ, ਸੱਤੇ ਸਹਿਸ਼ਨੂ ਬਣਨਗੇ, ਤਾਂ ਹੀ ਉਹ ਇੱਕ ਅੱਛੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਨੇ। ਔਰ ਇਹ ਜਿਹੜਾ ਹਿੰਦੂ ਰਾਸ਼ਟਰ ਦਾ ਅਭਿਆਨ ਹੈ, ਇਸ ਦੇ ਨਾਲ ਯੁਵਾ ਸ਼ਕਤੀ ਜੁੜਦੀ ਆ ਤਾਂ ਆਪਣੀ ਸੱਭਿਅਤਾ ਸੰਸਕ੍ਰਿਤੀ ਦੇ ਅਨੁਰੂਪ ਸ਼ਾਸਨ ਤੰਤਰ ਦੀ ਦੇਸ਼ ਦੀ ਸਥਾਪਨਾ ਹੋਣ 'ਤੇ ਕੋਈ ਵੀ ਜੋ ਯੁਵਾ ਵਰਗ ਆ ਉਹ ਬੇਰੁਜ਼ਗਾਰ ਨਹੀਂ ਰਹੇਗਾ। ਕਿਸੇ ਨੂੰ ਵੀ ਮਤਲਬ ਆਪਣਾ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨਹੀਂ ਜਾਣਾ ਪਏਗਾ। ਉਹ ਜਿੱਥੇ ਰਹਿ ਰਿਹਾ ਉੱਥੇ ਹੀ ਉਹਦੇ ਲਈ ਰੋਜੀ ਰੋਟੀ ਦੀ ਵਿਵਸਥਾ ਹੋਏਗੀ। ਔਰ ਨਿਆਂ ਜੋ ਹੈ ਉਹ ਸਭ ਨੂੰ ਆਪਣੇ ਸਥਾਨ 'ਤੇ ਮਿਲੇਗਾ। ਨਿਆਂ ਲੈਣ ਲਈ ਉਹਨਾਂ ਨੂੰ 50-50 ਸਾਲ ਜੋ ਅੱਜ ਦੀ ਪੱਧਤੀ ਆ ਉਹ ਘੁੰਮਣਾ ਨਹੀਂ ਪਏਗਾ। ਇਸ ਕਰਕੇ ਯੁਵਾਵਾਂ ਨੂੰ ਮੇਰਾ ਇਹ ਆਹਵਾਨ ਹੈ ਕਿ ਉਹ ਪੂਰੇ ਜੋਸ਼ ਸ਼ੋਰ ਨਾਲ ਪੂਜਯ ਭਾਈ ਜਗਦੂ ਸ਼ੰਕਰਾਚਾਰਿਆ ਮਹਾਰਾਜ ਜੀ ਨੇ ਜੋ ਹਿੰਦੂ ਰਾਸ਼ਟਰ ਦਾ ਬਣਾਉਣ ਦਾ ਅਭਿਆਨ ਦਿੱਤਾ ਹੈ, ਉਹ ਉਸ ਅਭਿਆਨ ਦੇ ਵਿੱਚ ਉਹ ਦਿੱਤੇਵਾਣੀ ਸੰਗਠਨ ਦੇ ਨਾਲ ਜੁੜ ਕੇ ਕੰਧੇ ਨਾਲ ਕੰਧਾ ਮਿਲਾ ਕੇ ਅੱਗੇ ਵਧਣ ਔਰ ਸਾਰੇ ਸਮਾਜ ਨੂੰ ਇਕਜੁੱਟ ਕਰਨ ਦਾ ਪ੍ਰਯਾਸ ਕਰਨ, ਜਿਸ ਦੇ ਨਾਲ ਇੱਕ ਅੱਛੇ ਭਾਰਤ ਦਾ ਨਿਰਮਾਣ ਹੋ ਸਕੇ ਔਰ ਭਾਰਤ ਦੇ ਵਿੱਚ ਜਿਹੜੀ ਸਾਡੀ ਸੱਭਿਅਤਾ ਸੰਸਕ੍ਰਿਤੀ ਆ ਉਹਦੀ ਰੱਖਿਆ ਹੋ ਸਕੇ। ਔਰ ਸਾਡੀਆਂ ਜਿੰਨੀਆਂ ਵੀ ਜਲ ਦੇ ਸਰੋਤ ਨੇ, ਵਾਯੂ ਹੈ, ਤੇਜ ਹੈ, ਹਵਾ ਹੈ, ਜਾਂ ਜਿਤਨੇ ਵੀ ਮਤ ਪੰਥ ਨੇ, ਜਾਂ ਸਾਰਾ ਸਮਾਜ ਜਿਹੜਾ ਵਾ ਉਹ ਇਕਜੁੱਟ ਹੋ ਕੇ ਰਹਿ ਸਕੇ ਔਰ ਰਾਸ਼ਟਰ ਜੋ ਦੇ ਤੌਰ 'ਤੇ
ਭਾਰਤ ਜਿਹੜਾ ਉਹ ਵਿਸ਼ਵ ਗੁਰੂ ਜਿਹੜਾ ਵਾ ਉਹ ਵਿਵਹਾਰਕ ਧਰਾਤਲ ਤੇ ਬਣ ਸਕੇ। ਇਸ ਲਈ ਯੁਵਾਵਾਂ ਨੂੰ ਇਸ ਦੇ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਔਰ ਜੋ ਦੀਵਾਲੀ ਦਾ ਪਰਵ ਹੈ ਉਹ ਤਾਂ ਅਸੀਂ ਮਨਾਉਂਦੇ ਹੀ ਇਸ ਕਰਕੇ ਹੈ ਕਿ ਅਸੱਤੇ ਤੇ ਸੱਤੇ ਕੀ ਵਿਜੇ ਦਾ ਪ੍ਰਤੀਕ ਉਹਨੂੰ ਅਸੀਂ ਮੰਨਦੇ ਹਾਂ ਕਿ ਭਗਵਾਨ ਸ਼੍ਰੀ ਰਾਮ ਨੇ ਰਾਮ ਰਾਜੇ ਦੀ ਸਥਾਪਨਾ ਕੀਤੀ। ਔਰ ਅਸੀਂ ਸਾਰੇ ਸਮਝਦੇ ਹਾਂ ਕਿ श्रीमद् रामायण में ये लिखा हुआ है कि दैहिक दैविक भौतिक तापा राम राज्य ना काहू व्यापा। ਐਸੇ ਮਨੁੱਖ ਉਸ ਵੇਲੇ ਰਹਿੰਦੇ ਸੀ ਜਿਨ੍ਹਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਤਾਪ ਨਹੀਂ ਸੀ। ਅਗਰ ਅਸੀਂ ਭਾਰਤ ਨੂੰ ਧਰਮ ਰਾਜੇ ਰਾਮ ਰਾਜੇ ਦੇਣਾ ਚਾਹੁੰਦੇ ਹਾਂ ਔਰ ਧੀਰੇ ਧੀਰੇ ਪੂਰੇ ਵਿਸ਼ਵ ਵਿੱਚ ਵੀ ਐਸਾ ਧਰਮ ਰਾਜੇ ਰਾਮ ਰਾਜੇ ਸਥਾਪਨਾ ਕਰਨਾ ਚਾਹੁੰਦੇ ਹਾਂ ਤਾਂ ਹਿੰਦੂ ਰਾਸ਼ਟਰ ਦਾ ਜਿਹੜਾ ਅਭਿਆਨ ਆ ਉਹੀ ਏਕਮਾਤਰ ਰਸਤਾ ਹੈ ਜਿਹਦੇ ਨਾਲ ਪ੍ਰਕਿਰਤੀ ਦੀ ਵੀ ਰੱਖਿਆ ਹੋ ਸਕਦੀ ਆ, ਮਾਨਵਤਾ ਦੀ ਵੀ ਰੱਖਿਆ ਹੋ ਸਕਦੀ ਆ ਔਰ ਅਰਥ ਵਿਵਸਥਾ ਵੀ ਜਿਹੜੀ ਆ ਉਹ ਸੁਚਾਰੂ ਰੂਪ 'ਚ ਜਿਹੜੀ ਆ ਉਹ ਦੇਸ਼ ਵਿੱਚ ਚੱਲ ਸਕਦੀ ਆ। ਇਸ ਲਈ ਸਭ ਨੂੰ ਮੇਰਾ ਇਹੀ ਆਹਵਾਨ ਹੈ ਕਿ ਆਪਣਾ ਜੋ ਦੀਵਾਲੀ ਪਰਵ ਹੈ ਉਸ ਨੂੰ ਧੂਮਧਾਮ ਨਾਲ ਮਨਾਓ ਔਰ ਹਿੰਦੂ ਰਾਸ਼ਟਰ ਦਾ ਜਿਹੜਾ ਅਭਿਆਨ ਆ ਇਹਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਇਸ ਨੂੰ ਜੋ ਹੈ ਇਸ ਅਭਿਆਨ ਨੂੰ ਸਫਲ ਕਰੋ। ਉਹਦੇ ਵਿੱਚ ਹੀ ਸਭ ਸਾਡਾ ਸਾਰਿਆਂ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ ਹੈ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ। ਧੰਨਵਾਦ। ਤੇ ਇਹ ਸਨ ਸਾਡੇ ਨਾਲ ਅਦਿੱਤੇ ਵਾਹਿਨੀ ਦੇ ਪੰਜਾਬ ਅਧਿਅਕਸ਼ ਅਜੇ ਸ਼ਰਮਾ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਸੰਗਠਨ ਦਾ ਜੋ ਮੁੱਖ ਪਰਿਭਾਸ਼ਾ ਹੈ ਜਾਂ ਮੁੱਖ ਜਿਹੜੇ ਇਹਨਾਂ ਦੇ ਵਿਚਾਰ ਨੇ ਹੋਏ ਨੇ ਕਿ ਇਸ ਵੇਲੇ ਜੋ ਕੁਦਰਤ ਦੇ ਹਾਲਾਤ ਨੇ, ਜੋ ਅਸੀਂ ਆਪਣੇ ਨੈਚੁਰਲ ਸੋਰਸਿਸ ਦੇ ਹਾਲਾਤ ਬਣਾ ਚੁੱਕੇ ਹਾਂ, ਉਹ ਇਨਸਾਨ ਦੇ ਲਈ ਕਿਤੇ ਨਾ ਕਿਤੇ ਇਸ ਵੇਲੇ ਦੁਖਦ ਹੈ ਔਰ ਨੁਕਸਾਨ ਉਹਦਾ ਹੋ ਰਿਹਾ। ਔਰ ਉਹਨਾਂ ਨੈਚੁਰਲ ਸੋਰਸਿਸ ਨੂੰ ਦੁਬਾਰਾ ਕਲੀਅਰ ਕਰਨਾ, ਦੁਬਾਰਾ ਜਿਹੜਾ ਸਾਫ ਸੁਥਰਾ ਕਰਨਾ ਤਾਂ ਕਿ ਇਨਸਾਨ ਉਹਦੇ ਵਿੱਚ ਅੱਛੇ ਤਰੀਕੇ ਨਾਲ ਰਹਿ ਸਕੇ। ਕੈਮਰਾਮੈਨ ਮਨੀਸ਼ ਦੇ ਨਾਲ ਸੰਜੀਵ ਮੰਗੋਤਰਾ, TNN ਪਠਾਨਕੋਟ।